ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਰਤ ਦੇਸ਼ ਤੇ ਪਹਿਲਾਂ ਹੀ ਲਗਾਤਾਰ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਉਂਗਲਾਂ ਉੱਠ ਰਹੀਆਂ ਸੀ ਤੇ ਹੁਣ ਇੱਕ ਗੱਲ ਸਪਸ਼ਟ ਹੋ ਚੁੱਕੀ ਹੈ। ਭਾਰਤ ਦੇਸ਼ ਜਿਹੜਾ ਹੈ, ਪੱਤਰਕਾਰਾਂ ਦੇ ਟਵੀਟ ਹਟਾਉਣ ਵਾਲੇ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਹੁਣ ਮੋਹਰੀ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ। ਤੇ ਇਸ ਦੇ ਨਾਲ ਹੀ ਪੱਤਰਕਾਰਾਂ ਦੀ ਜ਼ਿੰਮੇਵਾਰੀ ਬਾਰੇ, ਇੱਕ ਜ਼ਿੰਮੇਵਾਰ ਪੱਤਰਕਾਰੀ ਬਾਰੇ ਗੱਲਬਾਤ ਕਰਾਂਗੇ। ਜੀ ਹਾਂ ਦੋਸਤੋ, ਭਾਰਤ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੇ ਸਵਾਲ, ਕਈ ਤਰ੍ਹਾਂ ਦੀਆਂ ਉਂਗਲਾਂ ਜਿਹੜੀਆਂ ਲਗਾਤਾਰ ਉੱਠ ਰਹੀਆਂ, ਜਿੱਥੇ ਦੇਸ਼ ਭਰ ਦੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਹੈਗੇ ਗੱਲਾਂ ਕੀਤੀਆਂ ਜਾ ਰਹੀਆਂ, ਉੱਥੇ ਹੀ ਜਿਹੜਾ ਇੱਕ ਅੰਕੜਾ ਸਾਹਮਣੇ ਆਉਂਦਾ ਹੈ ਵੀ ਕਿਵੇਂ ਭਾਰਤ ਸਰਕਾਰ ਵੱਲੋਂ ਪੱਤਰਕਾਰਾਂ ਦੇ ਟਵੀਟ ਹਟਵਾਏ ਜਾ ਰਹੇ ਨੇ ਜਾਂ ਉਹਨਾਂ 'ਤੇ ਇਤਰਾਜ਼ ਜਤਾਇਆ ਜਾ ਰਿਹਾ। ਅਤੇ ਇਸ ਦਾ ਇੱਕ ਅੰਕੜਾ ਆਉਂਦਾ ਜਿਸ ਦੇ ਵਿੱਚ ਦੁਨੀਆ ਦੇ ਜਿਹੜੇ ਟੌਪ 5 ਜਿਹੜੇ ਦੇਸ਼ ਹੈ, ਜਿਹੜੇ ਸਭ ਤੋਂ ਉੱਪਰਲੀ 5 ਦੇਸ਼ ਨੇ, ਉਹਨਾਂ ਦੇ ਵਿੱਚ ਭਾਰਤ ਸ਼ਾਮਲ ਹੋ ਚੁੱਕਿਆ ਅਤੇ ਭਾਰਤ ਦਾ ਨੰਬਰ ਦੂਜਾ ਜਿਹੜਾ ਪਾਇਆ ਜਾ ਰਿਹਾ। ਸਭ ਤੋਂ ਪਹਿਲੇ ਨੰਬਰ 'ਤੇ ਅਮਰੀਕਾ ਰਹਿ ਰਿਹਾ ਅਤੇ ਦੂਜੇ ਨੰਬਰ 'ਤੇ ਜਿਹੜਾ ਭਾਰਤ ਦੇਸ਼ ਪਹੁੰਚ ਚੁੱਕਿਆ। ਜੀ ਹਾਂ ਦੋਸਤੋ, ਇੱਕ ਏਜੰਸੀ ਦਾ ਜਿਹੜਾ ਇੱਕ ਡਾਟਾ ਆਇਆ ਵੀ ਕਿ ਟਵਿੱਟਰ ਤੋਂ ਜਿਹੜੇ ਟਵੀਟ ਹਟਾਏ ਜਾਂਦੇ ਨੇ, ਉਹਨਾਂ ਦੇ ਵਿੱਚ ਕਿਵੇਂ ਕਿਵੇਂ ਕੀ ਰਿਹਾ ਹੈ। ਤਾਂ ਗੱਲ ਕਰੀਏ ਤਾਂ ਇਹ ਜਿਹੜਾ ਡਾਟਾ ਆਇਆ, ਸਭ ਤੋਂ ਪਹਿਲਾਂ ਜੁਲਾਈ 2021 ਤੋਂ ਦਸੰਬਰ 2021 ਤੱਕ ਦੀ ਗੱਲ ਕਰੀਏ ਵੀ ਕਿ ਜੁਲਾਈ 2021 ਤੋਂ ਦਸੰਬਰ 2021 ਤੱਕ ਜਿਹੜਾ ਹੈਗਾ ਦੁਨੀਆ ਭਰ ਦੇ ਜਿਹੜਾ ਹੈਗਾ ਮੁਲਕਾਂ ਦੇ ਵਿੱਚ 350 ਦੇ ਕਰੀਬ ਜਿਹੜਾ ਟਵਿੱਟਰਾਂ 'ਤੇ ਇਤਰਾਜ਼ ਜਤਾਏ ਗਏ ਸੀਗੇ। ਅਤੇ ਗੱਲ ਕਰੀਏ ਉਹਨਾਂ ਦੇ ਵਿੱਚੋਂ 350 ਦੇ ਵਿੱਚੋਂ 114 ਜਿਹੜੇ ਨੇ ਉਹ ਭਾਰਤ ਸਰਕਾਰ ਵੱਲੋਂ ਇਤਰਾਜ਼ ਜਤਾਏ ਗਏ ਸੀਗੇ। ਵੀ ਕਿ ਇਸ ਤੋਂ ਪਤਾ ਲੱਗਦਾ ਵੀ ਕਿ ਭਾਰਤ ਸਰਕਾਰ ਵੱਲੋਂ ਕਿੰਨਾ ਜਿਹੜਾ ਹੈਗਾ ਜੁਲਾਈ 2021 ਤੋਂ ਦਸੰਬਰ 2021 ਦੇ 6 ਮਹੀਨਿਆਂ ਵਿੱਚ ਟਵਿੱਟਰਾਂ 'ਤੇ ਇਤਰਾਜ਼ ਜਤਾਏ ਗਏ ਨੇ। ਅਤੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਜਿਹੜਾ ਹੈਗਾ ਜਨਵਰੀ 2021 ਤੋਂ ਲੈ ਕੇ ਜੂਨ 2021 ਸਾਲ 2021 ਦੀ ਪਹਿਲੀ ਛਮਾਈ ਦੇ ਵਿੱਚ ਵੀ ਭਾਰਤ ਸਰਕਾਰ ਵੱਲੋਂ 90 ਦੇ ਕਰੀਬ ਟਵੀਟਾਂ 'ਤੇ ਜਿਹੜਾ ਹੈਗਾ ਇਤਰਾਜ਼ ਜਤਾਏ ਗਏ ਸੀ ਅਤੇ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਜੀ ਹਾਂ ਦੋਸਤੋ, ਭਾਰਤ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਦੇਖੀਏ ਤਾਂ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਰਹੇ ਨੇ ਅਤੇ ਦੇਖਣ 'ਚ ਵੀ ਸਾਹਮਣੇ ਆ ਰਿਹਾ ਵੀ ਕਿ ਜਿਹੜੇ ਵੀ ਲੋਕ ਜਾਂ ਜਿਹੜੇ ਵੀ ਪੱਤਰਕਾਰ, ਜਿਹੜੇ ਵੀ ਲੇਖਕ, ਬੁੱਧੀਜੀਵੀ ਜਾਂ ਕੋਈ ਵੀ ਸਿਆਸੀ ਧਿਰ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ ਜਾਂਦੀ ਹੈ, ਕੇਂਦਰ ਸਰਕਾਰ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ, ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਸ ਆਵਾਜ਼ ਨੂੰ ਦਬਾਉਣ ਲਈ ਕੋਸ਼ਿਸ਼ ਕੀਤੀ ਜਾਂਦੀ ਹੈ, ਕੋਈ ਰਣਨੀਤੀ ਅਪਣਾਈ ਜਾਂਦੀ ਹੈ, ਕੁਝ ਨਾ ਕੁਝ ਕੀਤਾ ਜਾਂਦਾ ਅਤੇ ਉਸੇ ਕੜੀ 'ਚ ਗੱਲ ਕਰੀਏ ਤਾਂ ਇਹ ਟਵੀਟ ਹਟਾਏ ਜਾ ਰਹੇ ਨੇ। ਭਾਵੇਂ ਭਾਰਤ ਸਰਕਾਰ ਦਾ ਮੰਨਣਾ ਹੈ ਵੀ ਕਿ ਇਹ ਟਵੀਟ ਜਿਹੜੇ ਨੇ ਇਤਰਾਜ਼ਯੋਗ ਸੀਗੇ, ਪਰ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਉਹ ਇਤਰਾਜ਼ਯੋਗ ਟਵੀਟ ਕਿਹੜੇ ਪੱਤਰਕਾਰਾਂ ਦੇ ਸੀ ਜਾਂ ਉਹਨਾਂ ਵੱਲੋਂ ਕੀ ਜਿਹੜਾ ਨੇ ਟਵੀਟ ਕੀਤੇ ਗਏ ਸੀ। ਪਰ ਭਾਰਤ ਸਰਕਾਰ ਨੇ ਇਹ ਇਤਰਾਜ਼ ਜ਼ਰੂਰ ਜਤਾਇਆ ਵੀ ਕਿ ਉਹ ਟਵੀਟ ਜਿਹੜੇ ਨੇ ਇਤਰਾਜ਼ਯੋਗ ਸੀ। ਪਰ ਦੋਸਤੋ, ਇਸ ਦੇ ਨਾਲ ਹੀ ਵੱਡੀ ਗੱਲ ਇਹ ਖੜੀ ਹੁੰਦੀ ਹੈ ਵੀ ਕਿ ਭਾਰਤ ਸਰਕਾਰ ਨੇ ਜਿਹੜੇ ਸਮੇਂ 'ਚ ਇਹ ਕਿ ਇਤਰਾਜ਼ ਜਤਾਏ ਨੇ, ਤਾਂ ਉਹ ਗੱਲ ਕਰੀਏ ਇਹ 2021 ਦੀ ਗੱਲ ਕਰ ਰਹੇ ਹਾਂ। ਜਨਵਰੀ 2021 ਤੋਂ ਦਸੰਬਰ 2021 ਤੱਕ ਦੇ ਜਿਹੜਾ ਇੱਕ ਸਾਲ ਦਾ ਇਹ ਡਾਟਾ ਆਇਆ ਅਤੇ ਦੇਖੀਏ ਤਾਂ ਇਸੇ ਸਮੇਂ ਦੌਰਾਨ ਦਿੱਲੀ ਦੀ ਬਰੂਹਾਂ 'ਤੇ ਕਿਸਾਨ ਅੰਦੋਲਨ ਵੀ ਚੱਲ ਰਿਹਾ ਸੀਗਾ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਬਹੁਤ ਤਰ੍ਹਾਂ ਦੀ ਵੱਖ-ਵੱਖ ਤਰ੍ਹਾਂ ਦੀ ਚਾਰਾਂਜੋਈ ਕੀਤੀ ਜਾ ਰਹੀ ਸੀ ਵੀ ਕਿਸੇ ਨਾ ਕਿਸੇ ਢੰਗ 'ਚ ਅੰਦੋਲਨ ਨੂੰ ਖਤਮ ਕੀਤਾ ਜਾਵੇ, ਸਮਾਪਤ ਕਰਵਾਇਆ ਜਾਵੇ। ਅਤੇ ਉਸੇ ਦੌਰਾਨ ਜਿਹੜੇ ਨੇ ਵੱਡੀ ਗਿਣਤੀ 'ਚ ਦੇਸ਼ ਹੀ ਨਹੀਂ, ਦੁਨੀਆ ਭਰ ਦੇ ਲੋਕਾਂ ਵੱਲੋਂ ਜਿਹੜਾ ਟਵੀਟ ਕੀਤੇ ਜਾ ਰਹੇ ਸੀ, ਸੋਸ਼ਲ ਮੀਡੀਆ 'ਤੇ ਕੈਂਪੇਨ ਚੱਲ ਰਹੀ ਸੀ। ਉੱਥੇ ਹੀ ਜਿਹੜਾ ਲੱਖਾਂ ਕਿਸਾਨ ਜਿਹੜੇ ਨੇ ਦਿੱਲੀ ਦੀ ਬਰੂਹਾਂ 'ਤੇ ਬੈਠੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸੀਗੇ। ਉਸੇ ਦੌਰਾਨ ਜਿਹੜਾ ਇਹ ਇਤਰਾਜ਼ ਜਤਾਉਣਾ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਵੀ ਕਿ ਉਸ ਸਮੇਂ ਵੀ ਸਰਕਾਰ ਵੱਲੋਂ ਕਈ ਪੱਤਰਕਾਰਾਂ ਨੂੰ, ਕਈ ਬੁੱਧੀਜੀਵੀਆਂ ਨੂੰ ਜਾਂ ਕਈ ਪ੍ਰਦਰਸ਼ਨ ਜਿਹੜੇ ਕਰ ਰਹੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸੀ, ਉਹਨਾਂ 'ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਦੋਸ਼ ਲਗਾ ਕੇ ਜਿਹੜਾ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ, ਜੇਲ੍ਹਾਂ 'ਚ ਸੁੱਟਿਆ ਗਿਆ। ਅਤੇ ਉਸੇ ਦੌਰਾਨ ਇਹ ਜਿਹੜੇ ਨੇ ਇਤਰਾਜ਼ ਜਤਾਏ ਗਏ ਨੇ ਅਤੇ ਇਹ ਇਤਰਾਜ਼ਾਂ ਦੀ ਗਿਣਤੀ ਜਿਹੜੀ ਹੈਗੀ ਆ ਬਹੁਤ ਕੁਝ ਜ਼ਾਹਰ ਕਰਦੀ ਹੈ। ਪਰ ਗੱਲ ਕਰੀਏ ਤਾਂ ਜਿਹੜਾ ਹੈਗਾ ਇਹ ਇਤਰਾਜ਼ ਕਈ ਤਰ੍ਹਾਂ ਦੇ ਜਿਹੜਾ ਸਵਾਲ ਖੜ੍ਹੇ ਕਰਦੇ ਨੇ। ਪਰ ਸਭ ਤੋਂ ਵੱਡੀ ਗੱਲ ਇਹੀ ਆਉਂਦੀ ਹੈ ਵੀ ਕਿ ਭਾਰਤ ਸਰਕਾਰ ਵੱਲੋਂ ਜਿਹੜੇ ਇਹ ਇਤਰਾਜ਼ ਲਾਏ ਗਏ ਨੇ ਟਵਿੱਟਰ 'ਤੇ, ਜਿਹੜੇ ਟਵੀਟ ਹਟਾਉਣ ਲਈ, ਉਹ ਇੱਕ ਇਸ ਵਰਤਾਰੇ ਦੀ ਗੱਲ ਕਰੀਏ ਤਾਂ ਇੱਕ ਵੱਡੇ ਵਿਸ਼ਲੇਸ਼ਣ ਦੀ ਮੰਗ ਕਰਦੇ ਨੇ ਵੀ ਕਿ ਉਹ ਟਵੀਟ ਕਿਹਨਾਂ ਵੱਲੋਂ ਕੀਤੇ ਗਏ ਸੀ, ਕੀ ਟਵੀਟ ਸੀਗੇ ਅਤੇ ਉਹ ਕਿਉਂ ਹਟਾਏ ਗਏ ਨੇ, ਕੀ ਉਹਨਾਂ ਦੇ ਵਿੱਚ ਜਿਹੜਾ ਹੈਗਾ ਇਤਰਾਜ਼ਯੋਗ ਸੀਗਾ, ਕੀ ਉਹ ਕਿਸੇ ਦੇਸ਼, ਸਾਡੇ ਦੇਸ਼ ਨੂੰ ਲੈ ਕੇ ਜਾਂ ਸਾਡੇ ਭਾਈਚਾਰੇ ਨੂੰ ਲੈ ਕੇ
ਕੋਈ ਟਿੱਪਣੀ ਕਰਦੇ ਸੀ। ਇਸ ਤਰ੍ਹਾਂ ਦੀ ਬਹੁਤ ਗੱਲਾਂ ਜਿਹੜੀਆਂ ਹੈਗੀਆਂ ਨੇ ਵਿਚਾਰਯੋਗ ਨੇ, ਤੇ ਇੱਕ ਵਿਚਾਰ ਕਰਨ ਦਾ ਮੁੱਦਾ ਵੀ ਹੈ। ਇਸ ਤੇ ਲੋੜ ਹੈ ਵੀ ਕਿ ਬੈਠ ਕੇ ਸਰਕਾਰ, ਜਿੱਥੇ ਹੁਣ ਇਹ ਆંકੜਾ ਸਾਹਮਣੇ ਆਇਆ, ਸਰਕਾਰ ਵੀ ਆਪਣਾ ਸਪਸ਼ਟ ਕਰੇ ਵੀ ਕਿ ਉਹਨਾਂ ਨੇ ਕਿਹੜੇ ਟਵੀਟਾਂ ਤੇ ਇਤਰਾਜ਼ ਜਤਾਇਆ ਸੀ ਜਾਂ ਕਿਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ, ਉਹਨਾਂ 'ਚ ਕੀ ਕੁਝ ਸੀਗਾ, ਇਹ ਦੱਸਣਾ ਜ਼ਰੂਰੀ ਬਣਦਾ ਹੈ। ਪਰ ਦੋਸਤੋ, ਇੱਥੇ ਇੱਕ ਵੱਡੀ ਗੱਲ ਇਹ ਆਉਂਦੀ ਹੈ ਵੀ ਕਿ ਜਿਹੜੇ ਇਹ ਟਵੀਟ ਸੀ, ਇਹ ਪੱਤਰਕਾਰਾਂ ਦੇ ਸੀ, ਤਾਂ ਪੱਤਰਕਾਰਾਂ ਦੀ ਵੀ ਕੋਈ ਨਾ ਕੋਈ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਤੇ ਸਭ ਤੋਂ ਪਹਿਲਾਂ ਦੇਖੀਏ ਤਾਂ ਇਹ ਦੋ ਤਿੰਨ ਮੁੱਖ ਜ਼ਿੰਮੇਵਾਰੀਆਂ ਜਿਹੜੀ ਪੱਤਰਕਾਰ ਦੀਆਂ ਬਣਦੀਆਂ। ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਟਵਿੱਟਰ ਦੀ ਗੱਲ ਕਰ ਰਹੇ ਹਾਂ, ਤਾਂ ਟਵਿੱਟਰ ਤੇ ਕੋਈ ਵੀ ਟਵੀਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਪੱਤਰਕਾਰ ਦੀ ਇਹੀ ਬਣਦੀ ਹੈ ਵੀ ਕਿ ਉਹ ਟਵੀਟ ਕਰਨ ਤੋਂ ਪਹਿਲਾਂ, ਕੋਈ ਵੀ ਟਵੀਟ ਹੋਵੇ, ਸਬੂਤਾਂ ਦੇ ਆਧਾਰ ਤੇ ਟਵੀਟ ਕਰਨ। ਵੀ ਕਿ ਉਹ ਕੋਈ ਵੀ ਜਿਹੜਾ ਹੈਗਾ ਬਿਨਾਂ ਕਿਸੇ ਸਬੂਤਾਂ ਤੋਂ ਜਾਂ ਅਫਵਾਹ ਨੂੰ ਲੈ ਕੇ ਜਿਹੜਾ ਹੈਗਾ ਕੋਈ ਟਵੀਟ ਕਰਨ ਦੀ ਥਾਂ ਇੱਕ ਸਬੂਤਾਂ ਦੇ ਆਧਾਰ ਤੇ ਟਵੀਟ ਕਰਨ, ਤਾਂ ਜੋ ਉਹਨਾਂ ਦੀ ਗੱਲ ਜਿਹੜੀ ਹੈਗੀ ਆ, ਤੱਥ ਸਹੀ ਹੋਣ ਤੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ। ਇਸ ਦੇ ਨਾਲ ਹੀ ਦੂਜੀ ਗੱਲ ਕਰੀਏ ਤਾਂ ਪੱਤਰਕਾਰਾਂ ਨੂੰ ਜਿੱਥੇ ਸਬੂਤਾਂ ਦੇ ਆਧਾਰ ਤੇ ਕਰਨਾ ਚਾਹੀਦਾ, ਉੱਥੇ ਹੀ ਜਿਹੜਾ ਕੋਈ ਵੀ ਅਜਿਹਾ ਟਵੀਟ ਨਹੀਂ ਕਰਨਾ ਚਾਹੀਦਾ ਜੋ ਕਿ ਸਮਾਜ ਦੇ ਵਿੱਚ ਇੱਕ ਸਨਸਨੀ ਫੈਲਾਉਂਦਾ ਹੋਵੇ ਜਾਂ ਕੋਈ ਭਾਈਚਾਰਕ ਸਾਂਝ ਦੇ ਵਿੱਚ ਜਿਹੜਾ ਇੱਕ ਫੁੱਟ ਪਾਉਣ ਦਾ ਕੰਮ ਕਰਦਾ ਹੋਵੇ, ਵਿਤਕਰਾ ਪੈਦਾ ਕਰਦਾ ਹੋਵੇ। ਅਜਿਹੇ ਟਵੀਟਾਂ ਤੋਂ ਵੀ ਪੱਤਰਕਾਰਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਤੀਜੀ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਵੀ ਕਿ ਪੱਤਰਕਾਰ ਦੀ ਨੈਤਿਕ ਜ਼ਿੰਮੇਵਾਰੀ ਜਿਹੜੀ ਹੈ ਇਹੀ ਬਣਦੀ ਹੈ ਵੀ ਕਿ ਉਹ ਸਮਾਜ ਦੇ ਉਹ ਨਾ ਦਿਸਣ ਵਾਲੇ ਪਹਿਲੂਆਂ ਨੂੰ, ਨਾ ਦਿਸਣ ਵਾਲੀ ਗੱਲਾਂ ਨੂੰ ਸਭ ਦੇ ਸਾਹਮਣੇ ਲਿਆਵੇ, ਜਿਸ ਦਾ ਲੋਕਾਂ ਦੇ ਵਿਕਾਸ ਤੇ ਕਹੀਏ, ਲੋਕਾਂ ਦੇ ਜਿਹੜਾ ਹੈਗਾ ਹਿੱਤ ਦੇ ਵਿੱਚ ਕੋਈ ਨਾ ਕੋਈ ਵੱਡਾ ਫੈਸਲਾ ਸਰਕਾਰਾਂ ਲੈਣ ਜੋਗੀਆਂ ਹੋਣ, ਜਾਂ ਸਰਕਾਰਾਂ ਲੋਕਾਂ ਦੀ ਅਣਦੇਖੀ ਕਰ ਰਹੀਆਂ ਹੋਣ। ਅਜਿਹੇ ਮੁੱਦਿਆਂ ਨੂੰ ਵੀ ਉਭਾਰਨਾ ਜਿਹੜਾ ਇੱਕ ਪੱਤਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਤਾਂ ਪੱਤਰਕਾਰ ਨੂੰ ਚਾਹੀਦਾ ਵੀ ਕਿ ਉਸਦੀ ਨੈਤਿਕ ਜ਼ਿੰਮੇਵਾਰੀ ਇਹੀ ਹੈ ਵੀ ਕਿ ਉਹ ਜਿਹੜਾ ਸੱਚ ਹੈ ਕਿਸੇ ਵੀ ਚੀਜ਼ ਦਾ ਉਹ ਸਾਹਮਣੇ ਲਿਆਵੇ, ਪਰ ਉਹ ਜਿਹੜਾ ਹੈ ਸੱਚ ਹੈ ਉਹ ਇੱਕ ਜਾਂਚ ਤੋਂ ਬਾਅਦ, ਇੱਕ ਜਿਹੜਾ ਹੈਗਾ ਵੱਖ-ਵੱਖ ਪਹਿਲੂਆਂ ਦੀ ਜਿਹੜਾ ਦੇਖ ਕੇ ਜਿਹੜਾ ਸਾਹਮਣੇ ਲਿਆਉਣ ਦੀ ਲੋੜ ਹੈ, ਤਾਂ ਜੋ ਸਰਕਾਰ ਉਸ ਤੇ ਕੋਈ ਉਂਗਲ ਨਾ ਚੁੱਕ ਸਕੇ। ਪਰ ਵੱਡੀ ਗੱਲ ਇਹੀ ਹੈ, ਜੇ ਪੱਤਰਕਾਰ ਦਾ ਉਹ ਸੱਚ ਤੱਥਾਂ ਤੇ ਆਧਾਰਿਤ ਹੈ, ਫਿਰ ਉਸ ਲਈ ਸਰਕਾਰਾਂ ਦਾ ਜਿੰਨਾ ਮਰਜ਼ੀ ਵਿਰੋਧ ਵੀ ਹੋਵੇ ਤਾਂ ਉਹ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ, ਕਿਉਂਕਿ ਪੱਤਰਕਾਰ ਦੀ ਜ਼ਿੰਮੇਵਾਰੀ ਇਹੀ ਹੈ, ਡਿਊਟੀ ਇਹੀ ਹੈ। ਸਰਕਾਰਾਂ ਵੱਲੋਂ ਜਿਹੜਾ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ, ਲੋਕਾਂ ਦੇ ਵਿਰੋਧ ਦੇ ਵਿੱਚ ਜਾਂ ਗਲਤ ਫੈਸਲੇ ਲਏ ਜਾਂਦੇ ਨੇ, ਉਹਨਾਂ ਨੂੰ ਸਾਹਮਣੇ ਲਿਆਇਆ ਜਾਵੇ। ਤੇ ਫਿਰ ਉਸ ਲਈ ਸਰਕਾਰਾਂ ਚਾਹੇ ਕੁਝ ਵੀ ਕਰਨ, ਉਹ ਪੱਤਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਕਿ ਪੱਤਰਕਾਰ ਸਰਕਾਰਾਂ ਦੀ ਅਜਿਹੀ ਧੱਕੇਸ਼ਾਹੀ ਦਾ ਜਿਹੜਾ ਹੈਗਾ ਡਟ ਕੇ ਸਾਹਮਣਾ ਵੀ ਕਰੇ। ਜਿਵੇਂ ਕਿ ਦੋਸਤੋ, ਇਸ ਦੇ ਨਾਲ ਹੀ ਹੋਰ ਵੀ ਕਈ ਗੱਲਾਂ ਆਉਂਦੀਆਂ ਨੇ ਵੀ ਕਿ ਆਪਾਂ ਸ਼ੁਰੂਆਤ ਦੇ ਵਿੱਚ ਹੀ ਜਿਵੇਂ ਇਹ ਤਿੰਨ ਪਹਿਲੂਆਂ ਦੀ ਗੱਲ ਕਰੀਏ ਤਾਂ ਸਬੂਤਾਂ ਦੇ ਆਧਾਰ ਤੇ ਜਿਹੜੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਪਰ ਉੱਥੇ ਜੇ ਆਪਾਂ ਦੂਜਾ ਪਾਸਾ ਇਹ ਵੀ ਦੇਖੀਏ ਵੀ ਕਿ ਸਰਕਾਰ ਵੱਲੋਂ ਕਿਹਨਾਂ ਤੇ ਇਤਰਾਜ਼ ਜਤਾਇਆ ਜਾਂਦਾ ਹੈ ਜਾਂ ਕਿਉਂ ਇਤਰਾਜ਼ ਜਤਾਉਂਦੇ ਨੇ, ਪਰ ਉੱਥੇ ਗੱਲ ਕਰੀਏ ਵੀ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰੀ, ਸਬੂਤਾਂ ਦੇ ਆਧਾਰਿਤ ਜਿਹੜੇ ਨੇ ਉਹ ਟਵੀਟ ਹੋਣੇ ਚਾਹੀਦੇ ਆ। ਤੇ ਇਸ ਦੇ ਨਾਲ ਹੀ ਦੇਖੀਏ ਤਾਂ ਜੇ ਕੋਈ ਵੀ ਪੱਤਰਕਾਰ ਜਾਂ ਕਿਸੇ ਵੀ ਵਿਅਕਤੀ ਵੱਲੋਂ ਬਿਨਾਂ ਸਬੂਤਾਂ ਤੋਂ ਜਾਂ ਸਬੂਤਾਂ ਦੀ ਘਾਟ ਨੂੰ ਰੱਖਦੇ ਜਿਹੜਾ ਕੋਈ ਟਵੀਟ ਕੀਤਾ ਜਾਂਦਾ ਹੈ, ਉਸ ਨੂੰ ਹਟਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਕਿਉਂਕਿ ਇਸ ਤਰ੍ਹਾਂ ਦੇ ਟਵੀਟ ਸਮਾਜ ਦੇ ਵਿੱਚ ਇੱਕ ਗਲਤ ਜਿਹੜਾ ਹੈ ਪ੍ਰਚਾਰ ਕਰਦੇ ਨੇ, ਗਲਤ ਜਾਣਕਾਰੀ ਪਹੁੰਚਾਉਂਦੇ ਨੇ। ਇਸ ਲਈ ਉਹ ਵੀ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਦੀ ਬਣਦੀ ਹੈ। ਤੇ ਦੂਜੇ ਪਾਸੇ ਗੱਲ ਕਰੀਏ ਤਾਂ ਦੂਜੀ ਗੱਲ ਇਹੀ, ਕੁਝ ਅਜਿਹੇ ਟਵੀਟ ਵੀ ਦੇਖਣ ਨੂੰ ਮਿਲਦੇ ਨੇ ਜੋ ਕਿ ਸਮਾਜ ਦੇ ਵਿੱਚ ਇੱਕ ਸਨਸਨੀ ਫੈਲਾਉਣ ਦਾ ਕੰਮ ਕਰਦੇ ਨੇ। ਦੋ ਭਾਈਚਾਰਿਆਂ ਦੇ ਵਿੱਚ ਕੋਈ ਨਾ ਕੋਈ ਫਿਰਕੂ ਜਿਹੜਾ ਹੈਗਾ ਇਸ ਤਰ੍ਹਾਂ ਦੀ ਗਤੀਵਿਧੀਆਂ ਨੂੰ ਵੀ ਅੰਜਾਮ ਦੇਣ ਦਾ ਕੰਮ ਕਰਦੇ ਨੇ, ਤਾਂ ਸਰਕਾਰਾਂ ਅਜਿਹੇ ਟਵੀਟਾਂ ਨੂੰ ਜਿਹੜਾ ਹੈਗਾ ਹਟਾਉਣ ਲਈ ਜਿਹੜਾ ਹੈਗਾ ਪੂਰੀ ਚਾਰਾਜੋਈ ਕਰਦੀ ਹੈ, ਤਾਂ ਜੋ ਸਮਾਜ ਦੇ ਵਿੱਚ ਇੱਕ ਅਮਨ ਤੇ ਕਾਨੂੰਨ ਨੂੰ ਜਿਹੜਾ ਬਰਕਰਾਰ ਰੱਖਿਆ ਜਾ ਸਕੇ, ਸਾਰੇ ਭਾਈਚਾਰਿਆਂ 'ਚ ਸ਼ਾਂਤੀ ਬਣਾਈ ਰੱਖੀ ਜਾ ਸਕੇ। ਇਸ ਲਈ ਜਿਹੜਾ ਹੈਗਾ ਸਰਕਾਰਾਂ ਇਹ ਵੀ ਕਰਦੀਆਂ ਨੇ ਵੀ ਕਿ ਜੇ ਇਹੋ ਜਿਹੇ ਟਵੀਟ ਹੁੰਦੇ ਨੇ ਜੋ ਅਮਨ ਤੇ ਕਾਨੂੰਨ ਨੂੰ ਜਿਹੜਾ ਉਹ ਵੀ ਖਰਾਬ ਹੋਣ ਤੋਂ ਦਿਖਦੇ ਹੋਣ ਵੀ ਕਿ ਇਹ ਖਰਾਬ ਹੋ ਸਕਦੇ ਨੇ ਇਸ ਨਾਲ, ਜਾਂ ਕੋਈ ਭਾਈਚਾਰਿਆਂ 'ਚ ਇੱਕ ਵਿਵਾਦ ਖੜਾ ਹੋ ਸਕਦਾ ਹੈ, ਤਾਂ ਸਰਕਾਰਾਂ ਅਜਿਹੇ ਟਵੀਟ ਵੀ ਹਟਾਉਣ ਲਈ ਜਿਹੜਾ ਜਿਹੜਾ ਜ਼ਿੰਮੇਵਾਰ ਹੁੰਦੀਆਂ ਨੇ ਵੀ ਕਿ ਉਹ ਹਟਾ ਸਕਦੀਆਂ ਨੇ। ਇਸ ਦੇ ਨਾਲ ਹੀ ਤੀਜੀ ਗੱਲ ਕਰੀਏ ਵੀ ਕਿ ਜੇ ਕੋਈ ਵੀ ਪੱਤਰਕਾਰ ਵੱਲੋਂ ਕੀਤਾ ਗਿਆ ਟਵੀਟ ਕੋਈ ਵੀ ਤੱਥਾਂ ਦੇ ਆਧਾਰਿਤ ਹੈ, ਸਰਕਾਰ ਦੇ ਕਿਸੇ ਵੀ ਗਲਤ ਨੀਤੀ ਨੂੰ ਜਾਂ ਗਲਤ ਫੈਸਲੇ ਨੂੰ ਸਭ ਦੇ ਸਾਹਮਣੇ ਲਿਆਉਂਦਾ ਹੈ, ਤਾਂ ਸਰਕਾਰਾਂ ਦੀ ਇਹ ਵੀ ਜ਼ਿੰਮੇਵਾਰੀ ਹੁੰਦੀ ਹੈ ਵੀ ਕਿ ਉਹਨਾਂ 'ਤੇ ਕੋਈ ਨਾ ਕੋਈ ਐਲੀਗੇਸ਼ਨ ਲਾ ਕੇ, ਦੋਸ਼ ਲਗਾ ਕੇ ਉਹਨਾਂ ਨੂੰ ਹਟਾਉਣ ਦੀ ਜਗ੍ਹਾ ਜਾਂ ਉਸ ਪੱਤਰਕਾਰ ਦੀ ਆਵਾਜ਼ ਦਬਾਉਣ ਦੀ ਥਾਂ ਆਪਣੀ ਗਲਤੀਆਂ ਜਾਂ ਉਸ ਜ਼ਿੰਮੇਵਾਰੀ ਨੂੰ ਜਿਹੜਾ ਕਬੂਲ ਵੀ ਕਰੇ, ਆਪਣੀ ਗਲਤੀ ਵੀ ਮੰਨੇ, ਤਾਂ ਜੋ ਲੋਕਾਂ ਦੇ ਲਈ ਜੇਕਰ ਕੋਈ ਫੈਸਲਾ ਸਰਕਾਰਾਂ ਵੱਲੋਂ ਗਲਤ ਲਿਆ ਵੀ ਗਿਆ, ਉਸ 'ਤੇ ਦੁਬਾਰਾ ਜਿਹੜਾ ਮੰਥਨ ਕੀਤਾ ਜਾਵੇ, ਦੁਬਾਰਾ ਗੱਲਬਾਤ ਕੀਤੀ ਜਾਵੇ, ਵਿਚਾਰ ਚਰਚਾ ਕੀਤੀ ਜਾਵੇ। ਕਿਉਂਕਿ ਸਰਕਾਰਾਂ ਦੀ ਮੁੱਖ ਜਿਹੜੀ ਜ਼ਿੰਮੇਵਾਰੀ ਇਹੀ ਹੈ ਦੇਸ਼ ਦੇ ਵਿਕਾਸ ਦੀ, ਲੋਕਾਂ ਦੇ ਹਿੱਤ 'ਚ ਫੈਸਲੇ ਲੈਣ ਦੀ। ਤਾਂ ਇਸ ਲਈ ਜੇਕਰ ਕੋਈ ਫੈਸਲਾ ਸਰਕਾਰਾਂ ਗਲਤ ਵੀ ਲੈ ਜਾਂਦੀਆਂ ਨੇ ਤਾਂ ਉਸ 'ਤੇ ਬੈਠ ਕੇ ਮੰਥਨ ਕੀਤਾ ਜਾਵੇ, ਵਿਚਾਰ ਚਰਚਾ ਕੀਤੀ ਜਾਵੇ,
ਜਿਵੇਂ ਕਿ ਪਿਛਲੇ ਕੁਝ ਸਮੇਂ 'ਚ ਦੇਖੀਏ ਤਾਂ 3 ਖੇਤੀ ਕਾਨੂੰਨ ਲਿਆਂਦੇ ਗਏ, ਜਿਸ ਦਾ ਦੇਸ਼ ਹੀ ਨਹੀਂ ਦੁਨੀਆ ਭਰ ਦੇ ਵਿੱਚ ਵਿਰੋਧ ਹੋਇਆ। ਤੇ ਦਿੱਲੀ ਦੀ ਬਰੂਹਾਂ ਤੇ ਜਿਹੜਾ ਹੈਗਾ ਸੰਘਰਸ਼ ਚੱਲਿਆ, ਭਾਵੇਂ ਇਹ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋਇਆ ਸੀ, ਫਿਰ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਕਰਨਾਟਕਾ, ਮਹਾਰਾਸ਼ਟਰ, ਕੇਰਲਾ, ਇਸ ਤਰ੍ਹਾਂ ਹੁੰਦਾ ਹੁੰਦਾ ਜਿਹੜਾ ਪੂਰੇ ਦੇਸ਼ ਹੀ ਨਹੀਂ ਦੁਨੀਆ ਭਰ 'ਚ ਫੈਲ ਗਿਆ। ਤੇ ਦੁਨੀਆ ਭਰ ਤੋਂ ਜਿਹੜਾ ਲੋਕ, ਕਿਸਾਨ, ਮਜ਼ਦੂਰ, ਵੱਖ-ਵੱਖ ਵਰਗਾਂ ਨਾਲ ਜੁੜੇ ਲੋਕ ਦਿੱਲੀ ਦੀ ਬਰੂਹਾਂ ਤੇ ਇਕੱਠੇ ਹੋਏ, ਜਿਨ੍ਹਾਂ ਨੇ 1 ਸਾਲ ਤੋਂ ਲੰਬਾ ਸਮਾਂ, ਚਾਹੇ ਉਹ ਧੁੱਪ ਹੋਵੇ, ਚਾਹੇ ਛਾਂ ਹੋਵੇ, ਚਾਹੇ ਸਰਦੀਆਂ ਰਾਤਾਂ ਹੋਣ, ਸਾਰਾ ਜਿਹੜਾ ਹੈ ਅੰਦੋਲਨ ਦੇ ਰੂਪ ਦੇ ਵਿੱਚ ਦਿੱਲੀ ਦੀ ਬਰੂਹਾਂ ਤੇ ਹੰਢਾਈਆਂ। ਉਸ ਦੇ ਬਾਵਜੂਦ ਜਿਹੜਾ ਹੈਗਾ ਸਰਕਾਰ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਸੀ, ਨਾ ਹੀ ਪਿੱਛੇ ਹਟਣ ਨੂੰ ਤਿਆਰ ਸੀ, ਬਲਕਿ ਉਹ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਕਦੀ ਖਾਲਿਸਤਾਨੀ, ਕਦੀ ਮਾਓਵਾਦੀ, ਕਦੀ ਕੁਝ ਕਹਿ ਕੇ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਸੀ। ਤਾਂ ਸਰਕਾਰ ਦੀ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਵੀ ਕਿ ਜਦੋਂ ਸਾਰੇ ਪੱਤਰਕਾਰ ਹੀ ਨਹੀਂ, ਲੋਕ ਵੀ ਕਿਸੇ ਚੀਜ਼ ਨੂੰ ਗਲਤ ਕਹਿ ਰਹੇ ਨੇ ਵੀ ਕਿ ਸਰਕਾਰ ਦਾ ਇਹ ਫੈਸਲਾ ਗਲਤ ਹੈ, ਤਾਂ ਸਰਕਾਰ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ, ਬੈਠ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ, ਤਾਂ ਜੋ ਉਹ ਜਿਹੜੇ ਗਲਤ ਫੈਸਲੇ ਨੇ ਉਹਨਾਂ ਨੂੰ ਸੁਧਾਰਿਆ ਜਾ ਸਕੇ, ਉਸ ਨੂੰ ਸੁਧਾਰ ਕੇ ਲੋਕ ਪੱਖੀ ਬਣਾਇਆ ਜਾ ਸਕੇ। ਇਸ ਲਈ ਲੋੜ ਇਹ ਵੀ ਹੈ ਵੀ ਕਿ ਸਰਕਾਰਾਂ ਹਰ ਚੀਜ਼ ਤੇ ਇਤਰਾਜ਼ ਜਤਾਉਣ ਦੀ ਥਾਂ ਤੇ, ਜਾਂ ਹਰ ਚੀਜ਼ ਨੂੰ ਜਿਹੜਾ ਇੱਕ ਦਬਾਉਣ ਦੀ ਥਾਂ ਤੇ, ਜੇਕਰ ਸਰਕਾਰ ਦੇ ਖਿਲਾਫ ਵੀ ਕੋਈ ਆਵਾਜ਼ ਉੱਠਦੀ ਹੈ ਤਾਂ ਉਹਨਾਂ ਨੂੰ ਜਿਹੜਾ ਹੈਗਾ ਬਰਦਾਸ਼ਤ ਕਰਨ ਤੇ ਉਸ ਤੇ ਬੈਠ ਕੇ ਮੰਥਨ ਕਰਨ। ਜੇ ਉਸ 'ਚ ਕੋਈ ਕਮੀ ਹੈ, ਕੋਈ ਗਲਤੀ ਹੈ, ਤਾਂ ਉਸ ਨੂੰ ਜ਼ਰੂਰ ਦਰੁਸਤ ਕਰਨ, ਤਾਂ ਜੋ ਸਮਾਜ ਦੇ ਵਿੱਚ ਜਿਹੜਾ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਦੇ ਹਿੱਤ ਦੇ ਵਿੱਚ, ਦੇਸ਼ ਦੇ ਵਿਕਾਸ ਦੇ ਲਈ ਜਿਹੜਾ ਫੈਸਲੇ ਲੈਣਾ, ਠੀਕ ਹੈ, ਉੱਥੇ ਦੇਸ਼ ਦੇ ਵਿੱਚ ਆਰਥਿਕ ਤੌਰ ਤੇ ਦੇਸ਼ ਨੂੰ ਮਜ਼ਬੂਤ ਕੀਤਾ ਜਾ ਸਕੇ, ਦੇਸ਼ 'ਚ ਰੁਜ਼ਗਾਰ ਪੈਦਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਦੇਸ਼ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਵਧੀਆ ਦਿੱਤੀਆਂ ਜਾ ਸਕਣ, ਸਿੱਖਿਆ ਵਧੀਆ ਮੁਹੱਈਆ ਕਰਵਾਈ ਜਾ ਸਕੇ। ਪਰ ਸਾਡੀਆਂ ਸਰਕਾਰਾਂ ਇਹ ਸਭ ਕੁਝ ਤੇ ਧਿਆਨ ਦੇਣ ਤੋਂ ਦੀ ਥਾਂ ਜਿਹੜਾ ਹੈਗਾ, ਜੇਕਰ ਕੋਈ ਵੀ ਵਿਅਕਤੀ ਜਾਂ ਕੋਈ ਵੀ ਪੱਤਰਕਾਰ ਹੋਵੇ, ਕੋਈ ਜਥੇਬੰਦੀ ਹੋਵੇ, ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦੀ ਹੈ, ਤਾਂ ਸਰਕਾਰ ਦਾ ਪੂਰਾ ਜ਼ੋਰ ਜਿਹੜਾ ਹੈਗਾ ਉਸ ਆਵਾਜ਼ ਨੂੰ ਦਬਾਉਣ ਤੇ ਲੱਗਿਆ ਰਹਿੰਦਾ ਹੈ। ਤਾਂ ਸਰਕਾਰਾਂ ਦੀ ਜਿਹੜੀ ਮੁੱਖ ਜ਼ਿੰਮੇਵਾਰੀ ਇਹੀ ਹੈ ਵੀ ਕਿ ਉਹ ਵਧੀਆ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ, ਸਿੱਖਿਆ ਵਧੀਆ ਮੁਹੱਈਆ ਕਰਵਾਉਣ, ਆਰਥਿਕ ਤੌਰ ਤੇ ਦੇਸ਼ ਨੂੰ ਮਜ਼ਬੂਤ ਕਰਨ, ਰੁਜ਼ਗਾਰ ਦੇ ਸਾਧਨ ਪੈਦਾ ਕਰਨ, ਤੇ ਹੋਰ ਲੋਕਾਂ ਦੀਆਂ ਜਿਹੜੀ ਬੁਨਿਆਦੀ ਸਹੂਲਤਾਂ ਨੇ, ਉਹਨਾਂ ਦੇ ਜੀਵਨ ਜਿਉਣ ਦਾ ਪੱਧਰ ਹੈ, ਉਸ ਨੂੰ ਉੱਚਾ ਕਰਨ ਲਈ ਜਿਹੜਾ ਹੈਗਾ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕਰੀ ਜਾਵੇ, ਨਵੀਂ ਪਾਲਿਸੀਆਂ ਲਿਆਂਦੀਆਂ ਜਾਣ, ਤਾਂ ਜੋ ਲੋਕਾਂ ਦਾ ਜੀਵਨ ਜਿਹੜਾ ਹੈਗਾ ਉਹ ਸੁਖਾਲਾ ਕੀਤਾ ਜਾ ਸਕੇ, ਲੋਕ ਵਧੀਆ ਜੀਵਨ ਜਿਉ ਸਕਣ। ਤੇ ਇਹ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਤੇ ਸਰਕਾਰ ਨੂੰ ਇਸ ਵੱਲ ਸੋਚਣਾ ਚਾਹੀਦਾ ਹੈ। ਦੋਸਤੋ, ਪੰਜਾਬੀ ਟ੍ਰਿਬਿਊਨ ਵੱਲੋਂ ਲਗਾਤਾਰ ਜਿਹੜੀ ਵੀ ਲੇਟੈਸਟ ਖਬਰਾਂ ਹੁੰਦੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਈ ਜਾਂਦੀਆਂ ਨੇ, ਤੇ ਭਵਿੱਖ 'ਚ ਵੀ ਇਹ ਪਹੁੰਚਾਉਂਦੀਆਂ। ਅਸੀਂ ਰਵਾਂਗੇ, ਸਾਡੇ ਨਾਲ ਜੁੜੇ ਰਹੋ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।